ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਕੁਝ ਐਡ ਕਰਨਾ ਚਾਹੁੰਦੀ ਹਾਂ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਦੁੱਖ ਮਿਲਣ ਦਾ ਇੱਕ ਬਹੁਤ ਵੱਡਾ ਲਾਭ ਹੈ। ਵਾਹਿਗੁਰੂ ਯਾਦ ਰਹਿੰਦਾ ਹੈ। ਹਰ ਵੇਲੇ ਸੁੱਖ ਮਿਲੇ ਤਾਂ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਗੁਰਬਾਣੀ ਵਿਚਾਰਾਂ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸ਼ਲੋਕ ਹੈ, ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਹੋਂ ਕਰੀ ਨਾ ਹੋਈ। ਕਿ ਜਦੋਂ ਸੁੱਖ ਬਿਮਾਰੀ ਬਣ ਜਾਂਦਾ, ਅਸੀਂ ਸੁੱਖ ਦੇ ਵਿੱਚ ਕੰਫਰਟ ਦੇ ਵਿੱਚ ਇੰਨੇ ਗਲਤਾਨ ਹੋ ਜਾਂਦੇ ਆ ਕਿ ਸਾਨੂੰ ਰੱਬ ਭੁੱਲ ਜਾਂਦਾ। ਬਿਲਕੁਲ। ਤੇ ਉਦੋਂ ਕੁਝ ਝਟਕਾ ਲੱਗੇ, ਉਹ ਸਰੀਰਕ ਹੋਏ, ਫਾਈਨੈਂਸ਼ੀਅਲ ਹੋਏ, ਕੋਈ ਹੋਰ ਵਿਸਾਖਾਤ ਹੋਏ, ਤੇ ਇੱਕਦਮ ਅਸੀਂ ਉਸ ਸੁੱਖ ਦੀ ਨੀਂਦ ਚੋਂ ਜਾਗ ਕੇ ਫਿਰ ਹਕੀਕਤ ਦੇ ਨੇੜੇ ਆਉਂਦੇ। ਸੋ ਇਸੇ ਲਈ ਗੁਰੂ ਸਾਹਿਬ ਨੇ ਫਰਮਾਇਆ ਕਿ ਜਦੋਂ ਸੁੱਖ ਰੋਗ ਬਣ ਜਾਏ, ਬਿਮਾਰੀ ਬਣ ਜਾਏ, ਤੇ ਦੁੱਖ ਫਿਰ ਐਜ਼ ਏ ਮੈਡੀਸਨ ਹੁੰਦਾ, ਐਜ਼ ਏ ਦਾਰੂ। ਬਿਲਕੁਲ। ਔਰ ਬੜੀ ਠੀਕ ਤੁਸੀਂ ਸ਼ੁਰੂਆਤ ਕੀਤੀ ਜੀ। ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ, ਜਿਹੜਾ ਅਕਸਰ ਮੈਂ ਜਦੋਂ ਅਖੰਡ ਕੀਰਤਨੀ ਜਥੇ ਜਿਹੜੇ ਰਹਿਣ ਸਬਾਈ ਔਰ ਅਖੰਡ ਕੀਰਤਨ, ਉਹਨਾਂ ਦੇ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੁੰਦਾ ਹੈ, ਕਿਉਂਕਿ ਇਹ ਉਸ ਮਾਨਸਿਕ ਅਵਸਥਾ ਵਾਲਿਆਂ ਦੀ ਜਿਹੜੇ ਕਿ ਰੱਬ ਦੇ ਨਾਲ ਜੁੜੀਆਂ ਰੂਹਾਂ ਨੇ, ਉਹਨਾਂ ਦੇ ਅੰਦਰ ਕਿਵੇਂ ਇੱਕ ਆਨੰਦ ਹੁੰਦਾ ਹੈ, ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਨੂਰ ਹੁੰਦਾ ਹੈ, ਜਲਾਲ ਵੀ ਹੁੰਦਾ ਹੈ ਤੇ ਜਮਾਲ ਵੀ ਹੁੰਦਾ ਹੈ, ਪਿਆਰ ਵੀ ਹੁੰਦਾ ਹੈ ਔਰ ਅਣਖ ਵੀ ਹੁੰਦੀ ਹੈ। ਬਿਲਕੁਲ। ਨਫ਼ਰਤ ਦੀ ਕੋਈ ਥਾਂ ਨਹੀਂ ਹੁੰਦੀ। ਔਰ ਉਹ ਇਵੇਂ ਹੀ ਹੁੰਦਾ ਹੈ ਜਿਵੇਂ ਸਾਡੇ ਸਾਰੇ, ਜਿਵੇਂ ਇੱਕ ਪੰਜਾਬੀ ਲੇਖਕ ਨੇ ਇੱਕ ਵਾਰ ਲਿਖਿਆ, ਉਹਨੇ ਕਿਹਾ ਕਿ ਜੋ ਤੁਹਾਡਾ ਬਾਹਰ ਹੁੰਦਾ ਹੈ ਉਹ ਤੁਹਾਡੇ ਅੰਦਰ ਦਾ ਹੀ ਪ੍ਰਤੀਕ ਹੁੰਦਾ ਹੈ। ਜਿਵੇਂ ਜੇ ਘਰ ਦੇ ਅੰਦਰ ਗੋਹੇ ਤੁਸੀਂ ਸਾੜ ਰਹੇ ਹੋ, ਗੋਹਿਆਂ ਦੇ ਉੱਤੇ ਕੁਝ ਚੀਜ਼ ਬਣ ਰਹੀ ਹੈ ਪਾਥੀਆਂ ਦੇ ਉੱਤੇ, ਤੇ ਜ਼ਾਹਰ ਹੈ ਬਾਹਰ ਪਾਥੀਆਂ ਦੀ ਮੁਸ਼ਕ ਹੋਏਗੀ। ਤੇ ਜੇ ਤੁਹਾਡੇ ਅੰਦਰ ਚੰਦਨ ਦੀ ਲੱਕੜ ਹੈ, ਉਹ 2 ਮੀਲ ਤੱਕ ਉਹਦੀ ਖੁਸ਼ਬੂ ਹੋਏਗੀ। ਇਸੇ ਤਰ੍ਹਾਂ ਤੁਹਾਡਾ ਅੰਦਰ ਹੈ, ਜੇ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਫ਼ਰਤ ਅਨਾ ਹਸਦ ਇਹ ਹੈ, ਤੇ ਬਾਹਰ ਉਹੀ ਕੁਛ ਨਜ਼ਰ ਆਏਗਾ। ਔਰ ਜੇ ਤੁਹਾਡਾ ਅੰਦਰ ਗਵਾਚਿਆ ਹੋਇਆ, ਜਿਵੇਂ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਕੀ ਹੋ, ਤੇ ਮੇਰਾ ਇੱਕ ਜੁਮਲਾ ਹੁੰਦਾ, ਮੈਂ ਕਿਹਾ ਕੀ ਤੇਰਾ ਮੂੰਹ ਆ ਜਿਵੇਂ ਜਿਵੇਂ ਬਟਿਆਂ ਦੇ ਸਵਾਲ ਕੱਢੇ ਹੁੰਦੇ ਨੇ ਹਨਾ, 1/2 ਦੂਜੇ ਉਵੇਂ ਦਾ ਚਿਹਰਾ ਹੁੰਦਾ। ਔਰ ਜੇ ਤੁਹਾਡੇ ਅੰਦਰ ਇੱਕ ਆਨੰਦ ਹੈ, ਟਿਕਾ ਹੈ, ਤੇ ਤੁਹਾਡੇ ਚਿਹਰੇ ਦੇ ਉੱਤੇ ਇੱਕ ਵੱਖਰੀ ਕਿਸਮ ਦੀ ਰੌਣਕ, ਇੱਕ ਗੋਰਾ ਰੰਗ ਹੋਣਾ ਜਾਂ ਸੇਬ ਖਾ ਕੇ ਲਾਲੀ ਲਿਆਣੀ, ਉਹ ਇੱਕ ਹੋਰ ਕਿਸਮ ਦੀ ਲਾਲੀ। ਇੱਕ ਜਿਹੜੇ ਕੰਟੈਂਟਡ ਲੋਕ, ਜਿਨ੍ਹਾਂ ਨੂੰ ਜਿਹੜੇ ਫਕੀਰ ਨੇ, ਰੱਬ ਨਾਲ ਜੁੜੇ ਹੋਏ, ਫਕੀਰ ਦਾ ਮਤਲਬ ਕੋਈ ਮੰਗਤਾ ਨਹੀਂ ਹੁੰਦਾ, ਬਹੁਤ ਸਾਰੇ ਤਾਂ ਉਸੇ ਹੀ ਭਾਵ ਸਮਝਦੇ ਨੇ, ਲੇਕਿਨ ਇਹ ਰੱਬ ਨਾਲ ਜੁੜੇ ਹੋਏ। ਔਰ ਇਹ ਉਹਨਾਂ ਰੂਹਾਂ ਦੇ ਉੱਤੇ ਹੈ ਜਿਹੜੇ ਰੱਬ ਨਾਲ ਮਿਲੀਆਂ ਹੋਈਆਂ ਨੇ। ਔਰ ਰੱਬ, ਕਿਉਂਕਿ ਰੂਹਾਂ ਦਾ ਦਰਜਾ ਜਦੋਂ ਗੁਰਬਾਣੀ ਚ ਲਾਈਕ ਵਾਈਵਸ ਹੈ, ਔਰ ਇੱਕੋ ਇੱਕ ਪਤੀ ਹਸਬੈਂਡ ਦੇ ਨਾਲ, ਜਿਵੇਂ ਗ੍ਰਸਤ ਜੀਵਨ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਦੇ ਪੂਰਕ ਵੀ ਨੇ, ਔਰ ਆਨੰਦ ਵੀ ਹੁੰਦਾ ਜੇ ਉਸ ਘਰ ਦੇ ਵਿੱਚ ਇੱਕ ਆਪਸੀ ਇਤਫਾਕ ਹੈ, ਟਰਸਟ ਹੈ। ਔਰ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ, ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ 7ਵਾਂ ਮਹੱਲਾ 5ਵਾਂ, ਲਾਲ ਚੋਲਣਾ ਤੈਂ ਤਨ ਸੋਹਿਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ ਰਹਾਓ। ਹੁਣ ਯੂਜੂਅਲੀ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ। ਔਰ ਇਹ ਹਦਾਇਤ ਵੀ ਹੁੰਦੀ ਹੈ ਜਿਨ੍ਹਾਂ ਨੇ ਇੰਸਟਰੂਮੈਂਟਸ ਦੇ ਉੱਤੇ ਗਾਣਾ ਹੈ, ਰਾਗੀਆਂ ਨੇ, ਕਿ ਉਹਨਾਂ ਨੇ ਇਸ ਤੁਕ ਨੂੰ ਸਥਾਈ ਬਣਾਉਣਾ। ਸਥਾਈ ਹੁੰਦਾ ਜਿਹੜੀ ਤੁਸੀਂ ਬਾਰ-ਬਾਰ 2 ਤੁਕਾਂ ਪੜ੍ਹ ਕੇ ਉਹਨੂੰ ਫੇਰ ਪੜ੍ਹਦੇ ਹੋ। ਹੁਣ ਇਸ ਸ਼ਬਦ ਦੇ ਵਿੱਚ 2 ਰਹਾਓ ਨੇ। ਕਈ ਵਾਰ ਐਸੇ ਵੀ ਸ਼ਬਦ ਨੇ ਜਿਨ੍ਹਾਂ 'ਚ 4-4 ਰਹਾਓ ਰਨ ਕਰਦੇ ਨੇ। ਇਹਦਾ ਹੁੰਦਾ ਹੈ ਕਿ 4 ਆਈਡੀਆਜ਼ ਇੱਕੋ ਸ਼ਬਦ ਦੇ ਵਿੱਚ ਡਿਫਰੈਂਟਲੀ ਰਨ ਕਰ ਰਹੇ ਨੇ। ਹੁਣ ਪਰ ਇਸ ਸ਼ਬਦ ਦੇ ਵਿੱਚ ਜਿਹੜਾ ਦੂਸਰਾ ਰਹਾਓ ਹੈ, ਉਹ ਅਸਲ 'ਚ ਪਹਿਲੇ ਰਹਾਓ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ, ਤੇ ਦੂਜਾ ਰਹਾਓ ਜਿਹੜਾ ਕਲੋਜ਼ਿੰਗ 'ਚ ਹੈ ਉਸ ਸਵਾਲ ਦਾ ਜਵਾਬ ਹੈ। ਔਰ ਇੱਥੇ ਰਹਾਓ ਦਾ ਸਵਾਲ ਹੈ, ਕਵਨ ਬਨੀ ਨੀ ਤੇਰੀ ਲਾਲੀ। ਹੁਣ ਇੱਕ ਜਿਹੜੀ ਰੱਬ ਨਾਲ ਜੁੜੀ ਹੋਈ ਰੂਹ ਹੈ, ਉਹਨੂੰ ਦੂਸਰੀ ਰੂਹ, ਦੂਸਰਾ ਇਨਸਾਨ ਜਿਹੜਾ
ਜਿਹਨੂੰ ਉਹ ਆਨੰਦ ਹਾਸਲ ਨਹੀਂ ਹੈ ਉਹਨੂੰ ਪੁੱਛਦਾ ਹੈ ਕਵਨ ਬਨੀਰੀ ਤੇਰੀ ਲਾਲੀ, ਤੇਰੇ ਮੂੰਹ ਚਿਹਰਾ ਦਗਦਗ ਕਰਦਾ ਹੈ, ਜੀ ਹੇ ਸੋਹਣੀ ਔਰਤ ਇਹ ਦੱਸ ਵੀ ਇਹ ਤੇਰੀ ਚਿਹਰੇ ਦੀ ਲਾਲੀ ਕਿੱਥੋਂ ਆਈ। ਜੀ ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਹੁਣ ਗੁਲਾਲ ਜ਼ਾਹਰ ਹੈ ਕਿ ਉਹ ਵੀ ਰੈੱਡ ਹੁੰਦਾ ਹੈ, ਪੂਰਾ ਲਾਲ ਗੁਲਾਲ ਅਸੀਂ ਕਹਿੰਦੇ। ਸੋ ਉਸ ਲਾਲੀ ਦੇ ਨਾਲ ਜੁੜਿਆ ਹੋਇਆ ਗੁਲਾਲ, ਕਵਨ ਰੰਗ ਤੂੰ ਭਈ, ਐਸਾ ਕਿਹੜਾ ਰੰਗ ਤੂੰ ਕਿੱਥੋਂ ਤੈਨੂੰ ਮਿਲਿਆ ਜਿਹਦੇ ਨਾਲ ਤੇਰਾ ਚਿਹਰਾ ਜਿਹੜਾ ਹੈ ਉਹ ਦਗਦਗ ਕਰਦਾ ਹੈ, ਲਾਲ ਹੈ। ਔਰ ਉਹਦੀ ਸ਼ੁਰੂਆਤ ਲਾਲ ਚੋਲਨਾ ਤੈਂ ਤਨ ਸੋਇਆ, ਕਿ ਤੇਰੇ ਤਨ ਦੇ ਉੱਤੇ ਲਾਲ, ਹੁਣ ਜ਼ਾਹਰ ਹੈ ਰੈੱਡ, ਹੁਣ ਜਦੋਂ ਲਾਵਾਂ ਵੀ ਪੜੀਆਂ ਜਾਂਦੀਆਂ, ਸੂਹੀ ਰਾਗ ਹੈ, ਰਾਗ ਹੀ ਸੂਹੀ ਇਸ ਲਈ ਕਿ ਸੂਹਾ ਰੰਗ ਹੈ। ਬਹੁਤ ਵਾਰ ਦੁਲਹਨ ਜਾਂ ਜਿਹੜੀ ਬ੍ਰਾਈਡ ਹੈ ਉਸ ਨੂੰ ਲਾਲ ਰੰਗ ਜਿਹੜਾ ਸ਼ਗਨਾਂ ਦਾ ਰੰਗ ਮੰਨਿਆ ਜਾਂਦਾ ਹੈ, ਬ੍ਰਾਈਟਨੈਸ ਹੈ। ਹੁਣ ਉਹ ਹੈ ਕਿ ਲਾਲ ਚੋਲਨਾ ਤੈਂ ਤਨ ਸੋਇਆ, ਹੁਣ ਰੂਹ ਦੇ ਤਨ ਦੀ ਗੱਲ ਹੈ, ਬੋਡੀ ਲਈ ਨਹੀਂ, ਕਿ ਭਾਈ ਤੇਰਾ ਸਾਰੀ ਰੂਹ ਰੰਗੀ ਹੋਈ ਹੈ ਲਾਲ ਰੰਗ ਦੇ ਵਿੱਚ। ਸੁਰਜਨ ਭਾਣੀ ਤਾਂ ਮਨ ਮੋਹਿਆ, ਕਿ ਜੇ ਰੱਬ ਨੂੰ ਪਿਆਰੀ ਹੈ ਤਾਂ ਰੱਬ ਨੇ ਜਿਹੜਾ ਹੈ ਉਹ ਆਪਣੇ ਨਾਲ ਜੋੜ ਲਿਆ ਹੈ, ਉਹਦੇ ਮਨ ਨੂੰ ਮੋਹਿਆ ਹੈ, ਰੱਬ ਦੀ ਹੋਂਦ ਜਿਹੜੀ ਹੈ ਨਾ। ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਇਹ ਸਵਾਲ ਹੈ ਵੀ ਦੱਸ ਕਿਵੇਂ ਤੈਨੂੰ ਇਹ ਪਿਆਰ ਨਸੀਬ ਹੋਇਆ, ਕਿਵੇਂ ਤੇਰੇ ਅੰਦਰ ਆਨੰਦ ਹੈ। ਜੀ ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਕਿ ਤੂੰ ਹੀ ਸੋਹਣੀ ਹੈ, ਤੇਰੇ ਘਰ ਹੀ ਤੇਰਾ ਪਿਆਰਾ ਹੈ, ਔਰ ਤੇਰਾ ਹੀ ਘਰ ਜਿਹੜਾ ਉਹ ਵਸਦਾ ਰਸਦਾ ਹੈ। ਤੂੰ ਸਤਵੰਤੀ ਤੂੰ ਪ੍ਰਧਾਨ, ਤੇਰੀ ਇਹ ਰੂਹ ਨੂੰ ਮੁਖਾਤਬ ਹੈ ਕਿ ਤੂੰ ਹਰ ਥਾਂ ਤੇਰੀ ਪਹਿਲ ਹੈ ਉਸ ਰੱਬ ਦੀ ਦਰਗਾਹ ਦੇ ਵਿੱਚ। ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ, ਵੀ ਪਿਆਰਾ ਤੈਨੂੰ, ਪਿਆਰੇ ਦੇ ਦਿਲ ਨੂੰ ਤੂੰ ਹੀ ਚੰਗੀ ਲੱਗੀ ਹੈ, ਤੇਰੇ ਕੋਲ ਹੀ ਸ੍ਰੇਸ਼ਟ ਗਿਆਨ ਹੈ। ਜੀ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ, ਕਿ ਭਾਈ ਮੇਰੇ ਪਿਆਰੇ ਨੂੰ, ਮੇਰੇ ਵਾਹਿਗੁਰੂ ਨੂੰ ਮੈਂ ਚੰਗੀ ਲੱਗੀ, ਮੇਰੀ ਰੂਹ ਨੂੰ ਮੇਰੇ ਅੰਦਰ ਉਹ ਆ ਕੇ ਵਸਿਆ, ਤੇ ਮੇਰਾ ਰੰਗ ਗੁਲਾਲ ਇਸ ਲਈ ਹੈ ਕਿ ਮੈਨੂੰ ਆਪਣੇ ਪਿਆਰੇ ਨੇ ਆਪਣੇ ਗਲ ਨਾਲ ਲਾ ਲਿਆ, ਪਿਆਰੇ ਨੇ ਮੈਨੂੰ ਆਪਣਾ ਬਣਾ ਲਿਆ। ਔਰ ਉਹਨੇ ਇੱਕ ਸ਼ੁਭ ਦ੍ਰਿਸ਼ਟੀ ਨਿਹਾਲ ਹੁੰਦਾ ਤੱਕਣਾ, ਦੇਖਣਾ, ਕਿ ਉਸ ਵਾਹਿਗੁਰੂ ਦੀ ਪਿਆਰੀ ਦ੍ਰਿਸ਼ਟੀ ਦੀ ਇੱਕ ਝਲਕ ਜਿਹੜੀ ਹੈ ਉਹਨੇ ਮੈਨੂੰ ਇਸ ਰੰਗ ਦੇ ਵਿੱਚ ਰੰਗ ਦਿੱਤਾ ਹੈ। ਤੇ ਜਿਹੜਾ ਦੂਸਰਾ ਰਹਾਉ ਹੈ, ਸੁਨਰੀ ਸਖੀ ਇਹ ਹਮਾਰੀ ਘਾਲ, ਪ੍ਰਭ ਆਪ ਸਿੰਗਾਰ ਸਵਾਰਨਹਾਰ। ਇਹ ਰਹਾਉ ਦੂਜਾ, ਇਹ ਪਹਿਲੇ ਦਾ ਜਵਾਬ ਹੈ। ਸਵਾਲ ਸੀ ਪਹਿਲੇ ਰਹਾਉ ਦੇ ਵਿੱਚ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਕਿ ਤੇਰਾ ਰੰਗ ਕਿਵੇਂ ਲਾਲੋ ਲਾਲ ਦਗਦਗ ਕਰਦਾ ਹੈ, ਕਿਵੇਂ ਤੂੰ ਗੁਲਾਲ ਹੈ। ਤੇ ਜਵਾਬ ਹੈ ਸੁਨਰੀ ਸਖੀ ਇਹ ਹਮਰੀ ਘਾਲ, ਕਿ ਸਾਡੀ ਘਾਲਣਾ ਹੁੰਦੀ ਹੈ ਮਿਹਨਤ। ਮਿਹਨਤ ਇੱਕ ਤਾਂ ਮਜ਼ਦੂਰੀ, ਮਿਹਨਤ ਮਜ਼ਦੂਰੀ ਬਾਹਰਲੀ ਦੁਨੀਆ, ਇੱਕ ਉਹ ਹੈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਵੀ ਜਿਨ੍ਹਾਂ ਨੇ ਘਾਲਣਾ ਕੀਤੀ ਨਾਮ ਦੀ, ਰੱਬ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਂਦਾ, ਯਾਦ ਕੀਤਾ, ਰੱਬ ਦੇ ਰਸਤੇ ਦੇ ਉੱਤੇ ਤੁਰੇ, ਤੇ ਉਹਨਾਂ ਦੀ ਬਦੌਲਤ ਨਾਨਕ ਤੇ ਮੁਖ ਉਜਲੇ। ਹੁਣ ਉਜਲਾ ਕੀ ਹੁੰਦਾ ਹੈ? ਉਹ ਵੀ ਗੁਲਾਲ ਹੁੰਦਾ ਹੈ, ਉਜਲ ਦੀਦਾਰ। ਸਾਡੇ ਪਿਤਾ ਜੀ ਜਦੋਂ ਕਿਸੇ ਨੂੰ ਮੁਖਾਤਬ ਕਰਦੇ ਸੀ, ਕਿਸੇ ਗੁਰਸਿੱਖ ਨੂੰ, ਤਾਂ ਉਹਨਾਂ ਦਾ ਇਹ ਸ਼ੁਰੂਆਤ ਹੁੰਦਾ ਸੀ ਕਿ ਭਾਈ ਉਜਲ ਬੁੱਧ ਉਜਲ ਦੀਦਾਰ, ਭਾਈ ਸਾਹਿਬ ਭਾਈ ਫਲਾਣਾ ਜੋ ਵੀ ਨਾਮ ਸਿੰਘ ਜੀ, ਕਿ ਉਜਲ ਬੁੱਧ ਉਜਲ ਦੀਦਾਰ, ਕਿ ਤੁਹਾਡੀ ਜਿਹੜੀ ਬੁੱਧੀ ਹੈ ਉਹ ਵੀ ਐਨਲਾਈਟਨਡ ਹੈ, ਉਜਲ ਹੈ, ਐਨਲਾਈਟਨਡ, ਔਰ ਉਜਲ ਦੀਦਾਰ, ਕਿ ਤੁਹਾਡਾ ਦੀਦਾਰ ਵੀ ਜਿਹੜਾ ਹੈ ਉਹ ਦਿਲ ਨੂੰ ਠੰਡ ਪਾਉਣ ਵਾਲਾ ਹੈ। ਸੋ ਇਹ ਹੈ ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਸੁਨ ਰਹੀ ਸਖੀ ਇਹ ਹਮਰੀ ਘਾਲ, ਜੇ ਮੇਰੀ ਕਿਹੜੀ ਘਾਲਣਾ ਹੈ? ਪ੍ਰਭ ਆਪ ਸਿਗਾਰ ਸਵਾਰਨਹਾਰ, ਸਿੰਗਾਰ ਦਾ ਸਜਾਣਾ, ਕਿ ਰੱਬ ਨੇ ਆਪ ਹੀ ਮੇਰੇ ਤੇ ਰਹਿਮਤ ਕੀਤੀ ਹੈ, ਮੈਨੂੰ ਸ਼ਿੰਗਾਰਿਆ, ਮੈਨੂੰ ਸਜਾਇਆ, ਔਰ ਇਹ ਉਹਦੀ ਰਹਿਮਤ ਹੈ। ਸੋ ਜ਼ਾਹਰ ਹੈ ਕਿ ਰੂਹਾਨੀਅਤ ਦੀ ਦੁਨੀਆ 'ਚ ਜਿਹੜਾ ਗੁਰਮਤ ਦਾ ਫਲਸਫਾ ਹੈ, ਗੁਰਮਤ ਦਾ ਮੈਸੇਜ ਹੈ, ਉਹ ਘਾਲਣਾ ਨਾਲ ਜੁੜਿਆ ਹੋਇਆ ਨਹੀਂ ਹੈ। ਔਰ ਇਹ ਵੀ ਯਾਦ ਕਰਵਾਇਆ ਕਿ ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾ। ਬਿਲਕੁਲ, ਇਹ ਰਹਿਮਤ ਦੇ ਉੱਤੇ ਹੈ। ਨਾਨਕ ਨਦਰੀ ਕਰਮੀ ਦਾਤ, ਨਦਰ ਨਜ਼ਰ ਹੈ, ਕਰਮ ਬਖਸ਼ਿਸ਼ ਹੈ। ਫਾਰਸੀ ਦਾ ਸ਼ਬਦ ਹੈ, ਪੰਜਾਬੀ 'ਚ ਕਰਮ ਅਸੀਂ ਕਹਿੰਦੇ ਹਾਂ ਤਾਂ ਉਹ ਐਕਸ਼ਨਸ ਨੇ। ਇੱਥੇ
ये कर्म बख्शिश है, आपकी अनायतें आपके कर्म। ਉਸ ਦੀ ਅਨਾਇਤ ਹੋਣਾ, ਉਸ ਦਾ ਕਰਮ ਹੋਣਾ। ਨਾਨਕ ਨਦਰੀ ਕਰਮੀ ਦਾਤ। ਦਾਤ ਹੈ ਗਿਫਟ। ਜੀ ਗਿਫਟ ਖੁਸ਼ੀ ਚੋਂ ਹੀ ਕੋਈ ਦਿੰਦਾ ਹੈ, ਤੁਹਾਡਾ ਹੱਕ ਤਾਂ ਨਹੀਂ ਹੁੰਦਾ। ਬਿਲਕੁਲ। ਇਸੇ ਤਰ੍ਹਾਂ ਰੱਬ ਨੇ ਕਿਹਨੂੰ ਆਪਣੇ ਨਾਲ ਜੋੜਨਾ ਹੈ, ਕਿਹਨੂੰ ਮਿਲਾਣਾ ਹੈ, ਇਹ ਰੱਬ ਦੀ ਨਜ਼ਰ ਕਰਮ ਔਰ ਦਾਤ ਦੇ ਉੱਤੇ ਹੈ। ਹਾਂ, ਅਸੀਂ ਇੱਕ ਉਹ ਆਪਣੇ ਅੰਦਰ ਚਾਹਨਾ ਰੱਖ ਕੇ ਉਸ ਆਜ਼ੀ ਦੇ ਨਾਲ ਮੰਗ ਤਾਂ ਸਕਦੇ ਹਨ। ਔਰ ਮੰਗ ਕਿਵੇਂ ਸਕਦੇ ਹਾਂ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਭਾਈ ਵੀਰ ਸਿੰਘ ਜੀ, ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸਨਾ ਰਹੀਏ ਇੱਕ ਵੇਰ, ਦਰ ਖਲਿਆਂ ਤਾਈਂ ਸਾਈਂ ਸਵਾਦ ਚਖਾਈ। ਵਾਹ ਜੀ ਵਾਹ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਨੂੰ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।